ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਸਾਨੂੰ ਸਭ ਨੂੰ ਪ੍ਰਾਪਤ ਹੋਏ ਹਨ। ਜਿੰਨੀਆਂ ਵੀ ਸੰਗਤਾਂ ਨਿਤਨੇਮ ਅਨੁਸਾਰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ ਜੀ। ਉਹਦੀ ਮਿਹਰ ਕਿਰਪਾ ਦਾ ਸਦਕਾ ਲੜੀਵਾਰ ਕਥਾ, ਅਧਿਆਤਮਿਕ ਗਿਆਨ, ਰੱਬ ਦੇ ਰਾਹ ਦਾ ਖਰਚਾ ਕਰਨ ਸੁਣਨ ਦਾ, ਇਕੱਠਾ ਕਰਨ ਦਾ ਸਮਾਂ ਮਿਲਿਆ। ਆਓ ਗੁਰਮੁਖ ਪਿਆਰਿਓ, ਕੋਸ਼ਿਸ਼ ਕਰੀਏ ਇੱਥੇ ਆ ਕੇ ਜੋ ਸਤਿਗੁਰਾਂ ਦਾ ਅਗਾਧ ਬੋਧ ਗੁਰਬਾਣੀ ਦਾ ਗਿਆਨ ਖਜ਼ਾਨਾ, ਉਹਨੂੰ ਹਿਰਦੇ ਵਸਾਈਏ, ਭਾਵ ਸਮਝ ਆਵੇ। ਇਹ ਜਿਹੜੇ ਬਚਨ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਸੁਣਾਉਂਦੇ ਹਾਂ, ਉਹ ਚੇਤੇ ਰਹਿਣ, ਸਾਨੂੰ ਯਾਦ ਰਹਿਣ। ਯਾਦ ਰੱਖ ਕੇ ਉਹਨੂੰ ਜੀਵਨ 'ਚ ਲਾਗੂ ਕਰੀਏ, ਅਪਲਾਈ ਕਰੀਏ ਕਿ ਗੁਰਬਾਣੀ ਆਹ ਕਹਿੰਦੀ ਆ, ਆਹ ਚੀਜ਼ਾਂ ਵਰਜਿਤ ਨੇ, ਆਹ ਕਰਮ ਕਰਨੇ ਆ, ਆਹ ਨਹੀਂ ਕਰਨੇ। ਭਾਵ ਜਿਵੇਂ ਵੀ ਮਹਾਰਾਜ ਦੇ ਬਚਨ ਸਾਨੂੰ ਸਮਝਾਉਂਦੇ ਆ, ਉਹਨਾਂ ਨੂੰ ਜੀਵਨ ਦੇ ਵਿੱਚ ਵਰਤੀਏ, ਯੂਜ ਕਰੀਏ। ਲੜੀਵਾਰ ਕਥਾ ਜੋ ਵਿਚਾਰ ਰਹੇ ਹਾਂ, ਕੱਲ ਵਿਚਾਰ ਚੱਲਦੀ ਸੀ ਕਿ ਜਿਨ੍ਹਾਂ ਨੇ ਆਪਣੇ ਇਸ ਮਾਤ ਲੋਕ ਪੇਕੇ ਘਰ ਦੇ ਵਿੱਚ ਵਾਹਿਗੁਰੂ ਨੂੰ ਸਿਮਰਨਾ ਕੀਤਾ, ਉਹ ਪਰਲੋਕ ਰੂਪੀ ਸਹੁਰੇ ਘਰ ਵਿੱਚ ਸੁਖੀ ਵਸਣਗੇ। ਭਾਵ
ਜੋ ਪੇਕੇ ਘਰ ਰਹਿੰਦੇ ਆ, ਆਪਣੇ ਪਤੀ ਪਰਮੇਸ਼ਰ ਦੀ ਯਾਦ ਵਿੱਚ ਲੀਨ ਰਹਿੰਦੇ ਨੇ, ਉਹ ਸਹੁਰੇ ਘਰ ਜਾ ਕੇ ਵੀ ਫਿਰ ਸਨਮਾਨ ਪਾਉਂਦੇ ਨੇ, ਕਲੇਸ਼ਾਂ ਤੋਂ ਛੁੱਟ ਜਾਂਦੇ ਨੇ, ਬਚ ਜਾਂਦੇ ਨੇ, ਆਵਾਗਾਉਣ ਦਾ ਚੱਕਰ ਮੁੱਕ ਜਾਂਦਾ ਹੈ। ਤੇ ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਐ ਭਾਈ ਤੂੰ ਵੀ ਉਸ ਸੁਚੱਜੀ ਇਸਤਰੀ ਵਾਂਗ ਆਪਣੇ ਵਾਹਿਗੁਰੂ ਨਾਲ ਮਿਲ ਕੇ ਗਿਆਨ ਰੂਪੀ ਚੱਜ ਜਿਹੜਾ ਨਾ, ਢੰਗ ਜਿਹੜਾ ਅਤੇ ਸ੍ਰੇਸ਼ਟ ਕਰਮ ਦਾ ਵਿਵਹਾਰ ਸਿੱਖਣਾ ਕਰ। ਫਿਰ ਤੈਨੂੰ ਕਦੇ ਵੀ ਆ ਜੰਮਣ ਮਰਨ ਦਾ, ਆਵਾਗਮਨ ਦਾ ਦੁੱਖ ਜਿਹੜਾ ਉਹ ਲੱਗਣਾ ਨਹੀਂ। 84 ਕੱਟੀ ਜਾਣਗੀਆਂ। ਮਹਾਰਾਜ ਕਹਿੰਦੇ ਆ, ਸਭਨਾ ਸਹੁਰੇ ਵੰਝਣਾ, ਸਭ ਮੁਕਲਾਵਣ ਹਾਰ। ਐ ਭਾਈ ਸਭ ਜੀਵ ਜਿੰਨੇ ਵੀ ਆਪਾਂ ਜੀਵ ਰੂਪ ਇਸਤਰੀਆਂ ਨੇ ਪਰਲੋਕ ਰੂਪੀ ਸਹੁਰੇ ਘਰ ਨੂੰ ਇੱਕ ਦਿਨ ਵੰਝਣਾ ਹੈ, ਭਾਵ ਜਾਣਾ ਹੈ, ਤੇ ਸਾਰੀਆਂ ਨੇ ਹੀ ਮੁਕਲਾਵੇ ਜਾਣਾ। ਸਭ ਨੂੰ ਮੁੱਕ ਜਮਾ ਲਾਵੇ, ਮੁੱਕ ਕਹੀਏ ਮੁਕਾ ਕੇ, ਦੂਤ ਕਹੀਏ ਲਾਵੇ ਲੈ ਜਾਂਦਾ ਹੈ, ਭਾਵ ਕਾਲ ਨੇ ਸਭ ਨੂੰ ਮੁਕਲਾਵੇ ਲੈ ਜਾਣਾ ਹੈ। ਦ੍ਰਿਸ਼ਟਾਂਤ ਇੱਕ ਕਹਿੰਦੇ, ਇੱਕ ਵਾਰੀ ਪਟਿਆਲਾ ਰਿਆਸਤ ਦੇ ਰਾਜੇ ਭੁਪਿੰਦਰ ਸਿੰਘ ਨੇ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਉਹਨਾਂ ਦੇ ਕੋਲ ਆ ਕੇ ਸਵਾਲ ਕੀਤਾ। ਕਹਿੰਦੇ, ਮਹਾਂਪੁਰਖੋ, ਜਦੋਂ ਇਸ ਸੰਸਾਰ ਤੇ ਪੁੰਨੀ ਜਾਂ ਪਾਪੀ ਸਾਰਿਆਂ ਨੇ ਹੀ ਚਲੇ ਜਾਣਾ ਹੈ, ਤਾਂ ਫਿਰ ਭਜਨ ਸਿਮਰਨ ਦੀ ਕੀ ਲੋੜ ਹੈ? ਭਾਵ ਕੋਈ ਪੁੰਨੀ ਹੈ, ਪਾਪੀ ਹੈ, ਚੰਗਾ ਮਾੜਾ ਜੋ ਵੀ ਆ, ਉਹ ਕਹਿੰਦਾ ਜੀ ਜੇ ਸਭ ਨਹੀਂ ਜਾਣਾ ਹੈ, ਫਿਰ ਆਹ ਰੱਬ ਦੀ ਬੰਦਗੀ ਦਾ, ਸਿਮਰਨ ਦਾ, ਭਜਨ ਦਾ ਫਾਇਦਾ ਕੀ ਹੈ, ਲੋੜ ਕੀ ਹੈ? ਸਵਾਲ ਕੀਤਾ ਉਹਨੇ। ਤੇ ਆਇਆ ਅੰਤ ਜਿਹਾ, ਆਇਆ ਅੰਤ ਜਿਹਾ ਗਧਾ ਤਿਹਾ ਸੰਤ। ਸਭ ਦਾ ਜਾਣਾ ਇੱਕ ਸਮਾਨ ਹੀ ਹੋਇਆ। ਆਇਆ ਅੰਤ ਜਿਹਾ ਗਧ ਤਿਹਾ ਸੰਤ। ਉਹ ਕਹਿੰਦਾ ਜੇ ਸਭ ਨੇ ਜਾਣਾ ਫਿਰ ਤੇ ਇੱਕੋ ਜੀ ਕੀਮਤ ਹੋ ਗਈ, ਸਭ ਦੀ ਇੱਕ ਸਮਾਨ ਹੋ ਗਿਆ। ਮੌਤ ਤਾਂ ਸਭ ਨੂੰ ਹੀ ਲੈ ਜਾਂਦੀ ਹੈ। ਤਾਂ ਉਹਨੂੰ ਸੰਤਾਂ ਨੇ ਸਮਝਾਇਆ, ਕਹਿੰਦੇ ਭਾਈ ਇਹ ਤਾਂ ਸੱਚ ਹੈ ਕਿ ਜਾਣਾ ਸਾਰਿਆਂ ਨੇ, ਪਰ ਜਾਣ ਜੇ ਵਿੱਚ ਫਰਕ ਹੈ, ਜਾਣ ਚ ਫਰਕ ਹੈ। ਮਹਾਂਪੁਰਖਾਂ ਨੇ ਇਹ ਤੁਕ ਪੜ੍ਹੀ, ਕਹਿੰਦੇ ਭਾਈ ਸਭਨਾ ਸਹੁਰੇ ਵੰਝਣਾ, ਸਭ ਮੁਕਲਾਵਣ ਹਾਰ। ਰਾਜਿਆ ਸਾਰੀਆਂ ਲੜਕੀਆਂ ਨੇ ਸਹੁਰੇ ਜਾਣਾ ਹੁੰਦਾ, ਜਿਵੇਂ ਜੋ ਪੇਕੇ ਚ ਚੱਜ ਅਚਾਰ ਸਿੱਖ ਕੇ ਜਾਂਦੀਆਂ ਨੇ, ਉਹ ਸਹੁਰੇ ਘਰ ਵਿੱਚ ਜਾ ਕੇ ਮਾਣ ਸਤਿਕਾਰ ਪਾਉਂਦੀਆਂ ਨੇ। ਪਤੀ ਪਿਆਰ ਕਰਦਾ, ਉਹਨਾਂ ਦਾ ਸਹੁਰੇ ਘਰ ਜਾਣਾ ਸਫਲ ਹੈ, ਇੱਜ਼ਤ ਹੈ। ਪਰ ਜੋ ਚੱਜ ਅਚਾਰ ਤੋਂ ਬਹੂਣੀਆਂ ਸਹੁਰੇ ਜਾਂਦੀਆਂ ਨੇ, ਉਹਨਾਂ ਨੂੰ ਨਾ ਪਤੀ ਪਿਆਰ ਕਰਦਾ, ਨਾ ਹੀ ਸਹੁਰਾ ਪਰਿਵਾਰ। ਉੱਥੇ ਦੁਰਕਾਰ ਕੇ ਕੱਢ ਦਿੱਤੀਆਂ ਜਾਂਦੀਆਂ ਨੇ। ਇਧਰ ਪੇਕੇ ਘਰ 'ਚ ਵੀ ਕੋਈ ਮਾਣ ਨਹੀਂ ਕਿ ਤੂੰ ਪਤੀ ਨੂੰ ਖੁਸ਼ ਨਹੀਂ ਰੱਖਿਆ। ਬਾਣੀ ਕਹਿੰਦੀ ਹੈ, ਸਹੁਰੇ ਢੋਈ ਨਾ ਲਹੈ,
ਪਈਐ ਨਾਹੀ ਥਾਉ। ਫਿਰ ਬਾਤੜੀ ਨਾ ਪੁੱਛਈ ਧਨ ਸੁਹਾਗਣ ਨਾਉ। ਇਸ ਤਰ੍ਹਾਂ ਵਿਆਹ ਤਾਂ ਉਹਨਾਂ ਦਾ ਵੀ ਹੋਇਆ, ਪਰ ਉਹ ਧਨਤਾ ਦੇ ਯੋਗ ਨਹੀਂ। ਧਨਤਾ ਦੇ ਯੋਗ ਉਹ ਨੇ ਜਿਨ੍ਹਾਂ ਨੇ ਸਹੁਰੇ ਘਰ ਜਾ ਕਰਕੇ ਮਾਣ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੰਤਾਂ ਦਾ ਜਾਣਾ ਉਹਨਾਂ ਸੁਚੱਜੀਆਂ ਸੁਹਾਗਵੰਤੀਆਂ ਵਰਗਾ ਹੁੰਦਾ ਹੈ, ਜਿਨ੍ਹਾਂ ਦਾ ਮਾਤ ਲੋਕ ਰੂਪੀ ਪੇਕੇ ਘਰ 'ਚ ਸਤਿਕਾਰ ਹੁੰਦਾ ਹੈ ਤੇ ਪਰਲੋਕ ਰੂਪੀ ਸਹੁਰੇ ਘਰ ਜਾ ਕੇ ਵੀ ਸਤਿਕਾਰ ਮਿਲਦਾ ਜੀ ਉਹਨਾਂ ਨੂੰ। ਪਰ ਕਹਿੰਦੇ ਮਨਮੁਖ ਗਧੇ ਦੀ ਨਿਆਈ ਦੋਨਾਂ ਲੋਕਾਂ ਵਿੱਚ ਕੁਚੱਜੀ ਇਸਤਰੀ ਵਾਂਗ ਨਿਰਾਦਰ ਪਾਉਂਦੇ ਨੇ। ਇਸੇ ਤਰ੍ਹਾਂ ਰਾਜਿਆ ਸੰਤਾਂ ਤੇ ਗਧੇ ਦਾ ਕੀ ਮੇਲ। ਪਰ ਸੰਤਾਂ ਤੇ ਆਮ ਲੋਕਾਂ ਜਾਂ ਮਨਮੁਖ ਰਾਜੇ ਮਹਾਰਾਜਿਆਂ 'ਚ ਵੀ ਬੜਾ ਫਰਕ ਹੁੰਦਾ ਹੈ, ਕਿਉਂਕਿ ਸੰਤ ਜਨ ਆਪਣਾ ਜਨਮ ਸਵਾਰ ਕੇ ਜਾਂਦੇ ਨੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਜਿਵੇਂ ਇੱਕ ਬਿੱਲੀ ਆਪਣੇ ਬੱਚਿਆਂ ਨੂੰ ਆਪਣੇ ਮੂੰਹ ਵਿੱਚ ਤਿੱਖੇ ਦੰਦਾਂ ਨਾਲ ਪਕੜ ਕੇ 7 ਦੇਹਲੀਆਂ 'ਚ ਘੁਮਾ ਦਿੰਦੀ ਆ, ਪਰ ਬੱਚਿਆਂ ਨੂੰ ਜਰਾ ਮਾਸਾ ਵੀ ਦੁੱਖ ਨਹੀਂ ਲੱਗਦਾ, ਸਗੋਂ ਉਹ ਆਪਣੀ ਮਾਂ ਦੇ ਮੁਖ 'ਚ ਵੀ ਪਿਆਰ ਦਾ ਨਿੱਘ ਮਹਿਸੂਸ ਕਰਦੇ ਆ, ਉਹ ਬਿੱਲੀ ਦੇ ਬੱਚੇ। ਪਰ ਉਹ ਬਿੱਲੀ ਜਦੋਂ ਉਹਨਾਂ ਹੀ ਦੰਦਾਂ ਨਾਲ ਚੂਹੇ ਫੜਦੀ ਹੈ, ਉਹੀ ਉਹ ਦੰਦ ਬਿੱਲੀ ਦਾ ਮੁਖ ਚੂਹੇ ਲਈ ਬੜਾ ਡਰਾਵਣਾ ਤੇ ਦੁਖਦਾਈ ਹੁੰਦਾ। ਇਸੇ ਤਰ੍ਹਾਂ ਕਾਲ ਰੂਪੀ ਬਿੱਲਾ ਜਦੋਂ ਸੰਤਾਂ ਮਹਾਂਪੁਰਖਾਂ ਨੂੰ ਲਿਜਾਂਦਾ ਹੈ ਤਾਂ ਉਹ ਵੀ ਪਿਆਰ ਤੇ ਸਨਮਾਨ ਨਾਲ ਪਰਲੋਕ 'ਚ ਬਿਨਾਂ ਕਸ਼ਟ ਤੋਂ ਲੈ ਕੇ ਜਾਂਦਾ। ਪਰ ਵਿਸ਼ੀ ਵਿਕਾਰੀ ਬੰਦੇ ਪਾਪੀ ਜਿਹੜੇ ਨੇ, ਪਾਪੀਆਂ ਲਈ ਉਹ ਕਾਲ ਭਿਆਨਕ ਤੇ ਦੁਖਦਾਈ ਹੁੰਦਾ। ਕਹਿੰਦੇ ਭਾਵੇਂ ਸਾਰੀਆਂ ਇਸਤਰੀਆਂ ਨੇ ਸਹੁਰੇ ਘਰ ਮੁਕਲਾਵੇ ਤੋਂ ਬਾਅਦ ਜਾ ਕੇ ਰਹਿਣਾ ਹੁੰਦਾ ਹੈ, ਪਰ ਸ੍ਰੇਸ਼ਟ ਚੱਜ ਵਿਹਾਰ ਵਾਲੀਆਂ ਮਾਣ ਤੇ ਸੁਖ ਸਹਿਤ ਬਸਦੀਆਂ ਨੇ, ਪਰ ਕੁਚੱਜੀਆਂ ਉੱਥੇ ਜਾ ਕੇ ਵੀ ਦੁੱਖ ਹੀ ਪਾਉਂਦੀਆਂ ਨੇ। ਮਹਾਰਾਜ ਕਹਿੰਦੇ ਆ ਜੀ, ਨਾਨਕ ਧਨ ਸੁਹਾਗਣੀ ਜਿਨ ਸੈ ਨਾਲ ਪਿਆਰ। ਗਿਆਨਵਾਨ ਗੁਰਮੁਖ ਰੂਪੀ ਸੁਹਾਗਣਾ ਧਨਤਾ ਦੇ ਯੋਗ ਹਨ, ਜਿਨ੍ਹਾਂ ਦਾ ਸਹਿ ਕਹੀਏ ਪਤੀ ਪਰਮੇਸ਼ਰ ਨਾਲ ਪਿਆਰ ਹੁੰਦਾ ਹੈ। ਭਾਵ ਉਹ ਸੱਚੇ ਪਿਆਰ ਦਾ ਸਦਕਾ ਉਸ ਵਾਹਿਗੁਰੂ ਦੇ ਨਾਲ ਆਤਮਿਕ ਤੌਰ ਤੇ ਅਭੇਦ ਹੋ ਜਾਂਦੇ ਨੇ। ਉਹ ਉਸ ਮਾਲਕ ਦੇ ਵਿੱਚ ਮਿਲ ਜਾਂਦੇ ਆ, ਜਿਉਂਦੇ ਜੀਏ ਸੁਰਤ। ਭਾਵ ਉਹਨਾਂ ਦੇ ਮਸਾਣਾਂ ਵਿੱਚ ਜਾਣ ਤੋਂ, ਸਰੀਰ ਦੇ ਮਸਾਣਾਂ ਚੋਂ ਭਾਵ ਮੜੀਆਂ ਚੋਂ ਜਾਣ ਤੋਂ ਪਹਿਲਾਂ ਰੂਹ ਜਿਹੜੀ ਆ ਨਾ, ਰੱਬ ਨਾਲ ਮਿਲ ਜਾਂਦੀ ਆ, ਅਭੇਦ ਹੋ ਜਾਂਦੀ ਆ। ਆ ਖਾਲੀ ਸਰੀਰ ਮਹਿਸੂਸ ਹੋਣੋਂ ਹਟ ਜਾਂਦਾ। ਉਹ ਬੰਦਾ ਆ ਸਰੀਰ ਤੋਂ ਉੱਪਰ ਉੱਠ ਜਾਂਦਾ ਹੈ। ਕੋਈ ਖਤਰਾ ਨਹੀਂ, ਕੋਈ ਡਰ ਨਹੀਂ। ਅਭੇਦ ਹੋ ਜਾਂਦੇ ਆ ਕਿ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਭਾਵ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਇਸੇ ਤਰ੍ਹਾਂ ਆ ਜੋਤੀ ਜਿਹੜੀ ਆਈ ਹੈ ਨਾ, ਰੱਬ 'ਚ ਅਭੇਦ ਹੋ ਜਾਣੀ ਹੈ। ਭਾਵ ਜਿਸ ਤਰ੍ਹਾਂ ਪਾਣੀ 'ਚ ਪਾਣੀ ਸਮਾ ਕੇ ਇੱਕੋ ਰੂਪ ਹੋ ਜਾਂਦਾ, ਉਵੇਂ ਹੀ ਉਹਨਾਂ ਬ੍ਰਹਮ ਬੇਤੇ ਗੁਰਮੁਖਾਂ ਮਹਾਂਪੁਰਖਾਂ ਦੀ ਜੋਤ ਉਸ ਪਰਮ ਜੋਤੀ 'ਚ ਭਾਵ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੀ ਆ। ਧੰਨ ਧੰਨ
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਫਿਰ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਜੀ, ਸ੍ਰਿਸ਼ਟੀ ਦੀ ਰਚਨਾ ਸੰਬੰਧੀ ਸਾਰੇ ਮਤਾਂ ਦੇ ਵਿਚਾਰ ਵੱਖਰੇ ਵੱਖਰੇ ਨੇ। ਅਗਲਾ ਸਵਾਲ ਕੀਤਾ, ਕਹਿੰਦੇ ਮਹਾਰਾਜ ਆਹ ਸ੍ਰਿਸ਼ਟੀ ਦੀ ਰਚਨਾ ਜਿਹੜੀ ਆ, ਇਹਦੇ ਸੰਬੰਧੀ ਸਭ ਮਤਾਂ ਦੇ ਵਿਚਾਰ ਜਿਹੜੇ ਨੇ ਵੱਖਰੇ ਨੇ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਕਿ ਕੋਈ ਕਹਿੰਦਾ ਪਰਮਾਣੂਆਂ ਤੋਂ ਸ੍ਰਿਸ਼ਟੀ ਬਣੀ ਆ, ਕੋਈ ਕਰਮਾਂ ਕਰਕੇ ਰਚਿਤ ਮੰਨਦਾ ਹੈ। ਕਈਆਂ ਨੇ ਸਿੱਧ ਕੀਤਾ ਕਿ ਅਗਿਆਨ ਕਰਕੇ ਸ੍ਰਿਸ਼ਟੀ ਹੋਂਦ ਵਿੱਚ ਆਈ ਆ। ਅਨੇਕਾਂ ਨੇ ਕਾਲ ਨੂੰ ਸ੍ਰਿਸ਼ਟੀ ਦਾ ਕਾਰਨ ਮੰਨਿਆ। ਕਈ ਮਤ ਮਾਇਆ ਨੂੰ ਸ੍ਰਿਸ਼ਟੀ ਦੀ ਉਤਪੱਤੀ ਕਰਨ ਵਾਲਾ ਮੰਨਦੇ ਨੇ। ਇਹਨਾਂ ਨੇ ਅਨੇਕ ਤਰ੍ਹਾਂ ਦੇ ਵਿਚਾਰ ਕਰਕੇ ਸੰਸਾਰ ਦੇ ਵਿਦਵਾਨਾਂ ਦੀ ਆਪਸ ਦੇ ਵਿੱਚ ਸਹਿਮਤੀ ਨਹੀਂ। ਕਹਿੰਦੇ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਕਿ ਅਸਲ ਦੇ ਵਿੱਚ ਸ੍ਰਿਸ਼ਟੀ ਦੀ ਰਚਨਾ ਕਿਸ ਨੇ ਕੀਤੀ ਹੈ। ਗੁਰਸਿੱਖਾਂ ਨੇ ਸੰਸ਼ੇ ਦੀ ਨਿਵਰਤੀ ਲਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕੋਲ ਬੇਨਤੀ ਕੀਤੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਉਚਾਰਨ ਕੀਤਾ, ਕਹਿੰਦੇ ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ। ਕਹਿੰਦੇ ਹੈ ਗੁਰੂ ਸਿੱਖੋ ਭਾਈ, ਜਿਤਨੇ ਵੀ ਸ੍ਰਿਸ਼ਟੀ ਦੀ ਉਤਪੱਤੀ ਦੇ ਕਾਰਨ ਮੰਨੇ ਨੇ, ਜਿੰਨੇ ਵੀ ਆ ਸ੍ਰਿਸ਼ਟੀ ਬਣੀ ਜਿਹੜੀ ਆ, ਇਹਦੀ ਉਤਪੱਤੀ ਦੇ ਭਾਵ ਪੈਦਾ ਹੋਣ ਦੇ ਜੋ ਵੀ ਕਾਰਨ ਮੰਨੇ ਨੇ, ਉਹਨਾਂ ਸਾਰੇ ਕਾਰਨਾਂ ਦਾ ਕਰਤਾ ਇੱਕ ਉਹ ਵਾਹਿਗੁਰੂ ਹੈ। ਕਾਲ ਦਾ ਕਰਤਾ ਵੀ ਉਹ ਪਰਮੇਸ਼ਰ ਹੈ। ਜੇ ਪਰਮਾਣੂ ਨੂੰ ਹੀ ਕਾਰਨ ਮੰਨੀਏ ਤਾਂ ਉਹ ਵੀ ਚੇਤਨਾ ਦੇ ਆਸਰੇ ਜੁੜਦੇ ਨੇ, ਕਿਉਂਕਿ ਪਰਮਾਣੂ ਆਪ ਜੜ ਹੈ ਤੇ ਜੜ ਕੁਝ ਨਹੀਂ ਕਰ ਸਕਦੇ। ਕਰਮ ਨੂੰ ਮੰਨੀਏ ਤਾਂ ਉਹ ਵੀ ਜੜ ਹੈ। ਜਦੋਂ ਤੱਕ ਸਰੀਰ ਵਿੱਚ ਚੇਤਨ ਸੱਤਾ ਹੈ, ਜੀਵ ਕਰਮ ਕਰ ਸਕਦਾ ਹੈ। ਮੁਰਦਾ ਸਰੀਰ ਕੁਝ ਨਹੀਂ ਕਰ ਸਕਦਾ। ਇਸ ਲਈ ਕਰਮ ਦਾ ਕਰਤਾ ਵੀ ਉਹੀ ਆ। ਇਸੇ ਪ੍ਰਕਾਰ ਮਾਇਆ ਵੀ ਪਰਮੇਸ਼ਰ ਦੀ ਇੱਛਾ ਨਾਲ ਪੈਦਾ ਹੋਈ। ਜੇ ਅਗਿਆਨ ਨੂੰ ਸ੍ਰਿਸ਼ਟੀ ਦਾ ਕਾਰਨ ਮੰਨੀਏ ਤਾਂ ਉਹ ਵੀ ਜੜ ਹੈ। ਅਗਿਆਨ ਤਾਈਂ ਪਰਮਾਤਮਾ ਆਪ ਹੀ ਸੱਤਾ ਦੇ ਰਿਹਾ ਹੈ। ਅਗਿਆਨ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੈ ਗੋ। ਕਹਿੰਦੇ ਹਰ ਕਾਰਜ ਕਰਨ ਤੋਂ ਬਿਨਾਂ ਨਹੀਂ ਹੋ ਸਕਦਾ। ਕੰਮ ਕੋਈ ਵੀ ਆ, ਕਰਨਾ ਪੈਣਾ ਉਹਨੂੰ, ਕਰਨ ਤੋਂ ਬਿਨਾਂ ਉਹ ਨਹੀਂ ਹੁੰਦਾ। ਜਿਸ ਤਰ੍ਹਾਂ ਨਿਤ ਨਿਮਿਤ ਉਪਾਦਾਨ ਤਿੰਨ ਕਾਰਨ ਮੰਨੇ ਨੇ, ਜਿਵੇਂ ਘੜੇ ਦਾ ਮਿੱਟੀ ਉਪਾਦਾਨ ਕਾਰਨ ਹੈ, ਘੁਮਿਆਰ ਡੰਡਾ ਚੱਕ ਆਦਿ ਨਿਮਿਤ ਕਾਰਨ ਨੇ। ਇਸੇ ਤਰ੍ਹਾਂ ਜਿਤਨੇ ਵੀ ਸ੍ਰਿਸ਼ਟੀ ਦੇ ਕਾਰਨ ਮੰਨੇ ਹਨ, ਉਹ ਸਾਰੇ ਪਰਮੇਸ਼ਵਰ ਤੋਂ ਹੀ ਪੈਦਾ ਹੋਏ ਨੇ। ਉਹ ਪਰਮਾਤਮਾ ਆਪ ਹੀ ਸ੍ਰਿਸ਼ਟੀ ਦਾ ਉਪਾਦਾਨ ਕਾਰਨ ਹੈ, ਆਪ ਹੀ ਨਿਮਿਤ ਕਾਰਨ ਹੈ। ਉਹਨਾਂ ਨੇ ਆਪ ਹੀ ਤਿੰਨ ਗੁਣ ਜਿਹੜੇ ਆ ਰਜੋ ਤਮੋ ਸਤੋ ਪੈਦਾ ਕੀਤੇ। ਇਸ ਪ੍ਰਕਾਰ ਸਾਰੇ ਕਾਰਜਾਂ ਦੇ ਕਾਰਨ ਵਾਲਾ ਇੱਕ ਉਹ ਪਰਮੇਸ਼ਰ ਹੈ, ਜਿਨੇ ਸੂਖਸ਼ਮ ਸਥੂਲ ਰੂਪ ਆਕਾਰ ਜਗਤ ਨੂੰ ਪੈਦਾ ਕੀਤਾ। ਐ ਗੁਰਸਿੱਖੋ, ਆਪਣੇ ਮਨ ਨੂੰ ਇਉਂ ਸਮਝਾਓ ਕਿ ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਕਿ ਮਨਾ ਉਸ ਪਰਮਾਤਮਾ ਨੂੰ ਧਿਆਉਣਾ ਕਰ
ਜੋ ਆਪ ਹੀ ਸਾਰਿਆਂ ਦਾ ਆਧਾਰ ਹੈ, ਆਸਰਾ ਰੂਪ ਹੈ। ਗੁਰ ਕੇ ਚਰਨ ਮਨ ਮਹਿ ਧਿਆਏ। ਮਨ ਇਕਾਗਰ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਨੂੰ ਮਨ ਵਿੱਚ ਧਿਆਉਣਾ ਕਰ। ਆਪਣੇ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਸਮਝਾਉਂਦੇ ਆ, ਜਿਸ ਨੇ ਇਤਨੀ ਵੱਡੀ ਕਿਰਪਾ ਕੀਤੀ, ਜੋ ਆਧਾਰ ਹੈ ਸਭਨਾਂ ਦਾ ਆਸਰਾ ਹੈ, ਉਹਨੂੰ ਧਿਆਉਣਾ ਕਰ। ਗੁਰੂ ਦੇ ਚਰਨਾਂ ਨੂੰ, ਬਚਨਾਂ ਨੂੰ ਆਪਣੇ ਮਨ ਦੇ ਅੰਦਰ ਭਾਵ ਜੋ ਵਿਚਾਰ ਆਰੰਭ ਵਿੱਚ ਕੀਤੀ ਹੈ ਕਿ ਬਚਨ ਜਿਹੜੇ ਨੇ ਜੀਵਨ ਦੇ ਵਿੱਚ ਅਪਲਾਈ ਹੋਣ। ਹਰ ਟਾਈਮ ਗੁਰੂ ਦਾ ਗਿਆਨ ਅੰਦਰ ਚੱਲਦਾ ਰਵੇ। ਜਿਵੇਂ ਹੁਣ ਆਪਾਂ ਸੋਚਨੇ ਆ, ਮੈਂ ਕਥਾ ਕਰਦਾ, ਚੰਗੀਆਂ ਵਿਚਾਰਾਂ ਨੇ, ਮਹਾਰਾਜ ਆਹ ਕਹਿੰਦੇ ਨੇ, ਉਹ ਕਹਿੰਦੇ ਨੇ, ਤੁਸੀਂ ਸੁਣ ਰਹੇ ਹੋ, ਮੈਂ ਗੁਰੂ ਘਰ ਚੱਲਿਆ, ਮੈਂ ਸੇਵਾ ਕਰਨਾ, ਠੀਕ ਹੈ, ਬਹੁਤ ਚੰਗੀਆਂ ਗੱਲਾਂ ਇਹ ਸਾਡੀਆਂ। ਪਰ ਅਸਲ ਦੇ ਵਿੱਚ ਜਦੋਂ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕਾਰਜ ਕਰਦੇ ਆ ਨਾ ਜੀ, ਕੰਮ ਧੰਦੇ, ਉੱਥੇ ਵੀ ਏਦਾਂ ਦੀ ਬਿਰਤੀ ਜਿਹੜੀ ਹੁਣ ਬਣੀ ਵੀ ਆ, ਗੁਰੂ ਚਰਨਾਂ 'ਚ ਅੰਮ੍ਰਿਤ ਵੇਲੇ ਉੱਠ ਕੇ ਸਾਰਾ ਦਿਨ ਧਿਆਨ, ਬਿਰਤੀ ਬੰਦੇ ਦੀ ਬਣੀ ਰਵੇ। ਇਹ ਸਮਝੋ ਕਿ ਮਨ ਵਿੱਚ ਅਸੀਂ ਉਸ ਮਾਲਕ ਨੂੰ, ਗੁਰੂ ਨੂੰ ਧਿਆਉਣ ਲੱਗ ਗਏ। ਸੋੜ ਸਗਲ ਸਿਆਣਪਾ ਸਾਚ ਸ਼ਬਦ ਲਿਵ ਲਾਏ। ਬੁੱਧੀ ਦੀਆਂ ਸਾਰੀਆਂ ਸਿਆਣਪਾਂ ਜਿਹੜੀਆਂ ਨੇ ਨਾ, ਚਤੁਰਾਈਆਂ, ਉਹਨਾਂ ਨੂੰ ਛੱਡ ਕੇ ਸੱਚੇ ਸਤਿਗੁਰਾਂ ਦੇ ਸਾਚ ਸ਼ਬਦ ਲਿਵ ਲਾਏ। ਗੁਰੂ ਦੇ ਸੱਚੇ ਸ਼ਬਦ ਦੇ ਵਿੱਚ, ਉਪਦੇਸ਼ ਦੇ ਵਿੱਚ, ਮੰਤਰ ਦੇ ਵਿੱਚ, ਬਾਣੀ ਦੇ ਵਿੱਚ ਬਿਰਤੀ ਨੂੰ, ਧਿਆਨ ਨੂੰ ਜੋੜਨਾ ਕਰ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਜੇ ਤੁਹਾਡੇ ਹਿਰਦੇ ਵਿੱਚ ਗੁਰੂ ਉਪਦੇਸ਼, ਵਾਹਿਗੁਰੂ ਗੁਰਮੰਤਰ ਵਸਿਆ, ਤਾਂ ਫਿਰ ਤੁਹਾਨੂੰ ਜੰਮਣ ਮਰਨ ਦਾ ਦੁੱਖ ਜਿਹੜਾ ਅਵਿਦਿਆ, ਮਮਤਾ, ਰਾਗ, ਦਵੈਕ, ਅਭਿਨਿਵੇਸ਼, 5 ਪ੍ਰਕਾਰ ਦੇ ਕਲੇਸ਼ ਤੇ 7 ਪ੍ਰਕਾਰ ਦਾ ਜੋ ਭਉ ਡਰ ਹੈ, ਉਹ ਨਹੀਂ ਲੱਗਦਾ। ਕੋਟ ਯਤਨਾ ਕਰ ਰਹੇ, ਗੁਰ ਬਿਨ ਤਰਿਓ ਨਾ ਕੋਏ। ਸੰਸਾਰ ਸਮੁੰਦਰ ਨੂੰ ਤਰਨ ਲਈ ਕਰੋੜਾਂ ਜੀਵ ਸਾਧਨਾ ਰੂਪੀ ਯਤਨ ਜਿਹੜੇ ਨੇ, ਉਪਾਵਾਂ ਨੂੰ ਕਰ ਚੁੱਕੇ ਤੇ ਕਰ ਰਹੇ ਨੇ, ਪਰ ਸਤਿਗੁਰਾਂ ਤੋਂ ਬਿਨਾਂ ਕੋਈ ਵੀ ਤਰਿਆ ਨਹੀਂ, ਭਾਵ ਮੁਕਤ ਨਹੀਂ ਹੋਇਆ। ਜਿੰਨੇ ਵੀ ਕਰਮ ਧਰਮ ਜੇ ਕਰੀ ਜਾਈਏ, ਗੁਰੂ ਪੂਰੇ ਤੋਂ ਬਿਨਾਂ ਤਰਨਾ ਨਹੀਂ ਹੋਏਗਾ, ਮੁਕਤ ਨਹੀਂ ਹੋਣਾ ਕਿਸੇ ਨੇ। ਸੰਸਾਰ ਸਮੁੰਦਰ ਵਿੱਚ ਹੀ ਗੋਤੇ ਖਾਂਦਾ ਰਹੇਗਾ ਬੰਦਾ, ਭਾਵ ਜੰਮਦੇ ਮਰਦੇ ਰਹਿਣੇ ਹਨ ਜੀਵ। ਭਾਵੇਂ ਕੋਈ ਕਿਤਨਾ ਮਰਜੀ ਬੁੱਧੀਵਾਨ ਸਿਆਣਾ ਕਿਉਂ ਨਾ ਹੋਵੇ, ਪਰ ਉਹ ਗੁਰੂ ਦੇ ਸ਼ਬਦ ਰੂਪੀ ਬੇੜੇ ਤੋਂ ਬਿਨਾਂ ਪਦਾਰਥਾਂ ਰੂਪੀ ਪਾਣੀ ਵਿੱਚ ਹੀ ਡੁੱਬ ਜਾਂਦਾ ਹੈ। ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਹੇ। ਸੱਚੇ ਸਤਿਗੁਰਾਂ ਦੇ ਦੀਦਾਰ ਦੇਖ ਕਰਕੇ ਹੀ ਮਨ ਸੁਧਰ ਜਾਂਦਾ ਹੈ, ਮਨ ਸਹਿਤ ਆਸਰੇ ਦੇ ਹੋ ਜਾਂਦਾ ਹੈ। ਫਿਰ ਸਗਲੇ ਸਾਰੇ ਪਾਪ ਮਿਟ ਜਾਂਦੇ ਨੇ। ਗੁਰਾਂ ਦੇ ਦਰਸ਼ਨ ਦਾ ਐਸਾ ਪ੍ਰਤਾਪ ਹੈ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਦੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਵਾਸਨਾ ਭਰਿਆ ਦੇ। ਇਹ ਗੁਰੂ ਦੇ ਦਰਸ਼ਨਾਂ ਦਾ ਪ੍ਰਤਾਪ ਹੈ, ਭਾਵ ਗੁਰੂ ਦੇ ਦਰਸ਼ਨ, ਗੁਰੂ ਦੇ ਸ਼ਬਦ ਜਿਹੜੇ ਅੰਦਰ ਵਸ ਜਾਣ। ਇਹੀ ਗੁਰੂ ਦੀ ਮੂਰਤ ਹੈ, ਇਹੀ ਗੁਰੂ ਦੇ ਦਰਸ਼ਨ ਨੇ, ਦੀਦਾਰ ਨੇ।
ਕਹਿੰਦੇ ਸਾਡੀ ਮੂਰਖਾਂ 'ਚ ਕੀ ਤਾਕਤ ਹੈ, ਕੀ ਕਹਿ ਸਕਨੇ ਆ। ਕਰੋੜਾਂ ਅਪਰਾਧੀ ਤਰ ਗਏ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣ ਲਿਆ, ਵੇਖ ਲਿਆ, ਬਚਨ ਉਹਦੇ ਪਰਸ ਲਏ। ਉਹ ਦੁਆਰੇ ਦੁਆਰੇ ਗਰਭ ਜੂਨੀ 'ਚ ਨਹੀਂ ਆਉਂਦਾ। ਹਉ ਤਿਨਕੈ ਬਲਿਹਾਰਨੈ ਜੇ ਗੁਰ ਕੀ ਪੈਰੀ ਪਾਏ। ਕਹਿੰਦੇ ਅਸੀਂ ਉਹਨਾਂ ਪਿਆਰਿਆਂ ਉੱਪਰੋਂ ਬਲਿਹਾਰ ਕੁਰਬਾਨ ਜਾਂਦੇ ਆ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਪਏ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਪਾਉਣਾ ਕੀਤਾ ਹੈ। ਸਾਧ ਸੰਗਤ ਕੈ ਮਨ ਵਸੈ ਸਾਚ ਹਰਿ ਕਾ ਨਾਉ। ਸਾਧ ਸੰਗਤ ਵਿੱਚ ਸੱਚਾ ਗੁਰ ਪਰਮੇਸ਼ਰ ਵਸਦਾ ਹੈ। ਸੰਗਤ ਕਰ